ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਰਮਿਕ ਸਿੱਖਿਆ ਜਮਾਤ ਤੀਜੀ। ਇਸ ਪੁਸਤਕ ਦੇ ਵਿੱਚੋਂ ਅੱਜ ਅਸੀਂ ਪਹਿਲਾ ਪਾਠ ਪੜ੍ਹਾਂਗੇ। ਇਸ ਪੁਸਤਕ ਦੀ ਜਿਲਦ ਦੇ ਉੱਤੇ ਤੁਸੀਂ ਦੇਖ ਰਹੇ ਹੋ ਇੱਕ ਤਸਵੀਰ ਹੈ। ਇਸ ਤਸਵੀਰ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਬੱਚਿਆਂ ਨੂੰ ਬਾਲ ਬੁੱਧ ਵੰਡ ਰਹੇ ਨੇ। ਤੇ ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੱਚਿਆਂ ਵਿੱਚ ਬਾਲ ਬੁੱਧ ਵੰਡ ਕੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਵਿਦਿਆ ਗ੍ਰਹਿਣ ਕਰਨ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਆਓ ਵਿਦਿਆਰਥੀਓ ਆਪਾਂ ਪਹਿਲਾ ਅਧਿਆਏ ਪਹਿਲਾ ਪਾਠ ਪੜ੍ਹੀਏ। ਪਾਠ ਪਹਿਲਾ। ਬਾਬਾ ਅਮਰਦਾਸ ਜੀ ਦਾ ਗੁਰੂ ਜੀ ਦੀ ਸ਼ਰਨ ਆਉਣਾ। ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਕਿਸ ਪ੍ਰਕਾਰ ਗੁਰੂ ਦੀ ਮਹਿਮਾ ਨੂੰ ਸੁਣਦੇ ਨੇ ਕਿ ਅੰਦਰ ਤਾਂਘ ਪੈਦਾ ਹੁੰਦੀ ਕਿ ਗੁਰੂ ਦੇ ਦਰਸ਼ਨ ਕਰਨੇ ਨੇ। ਆਓ ਇਸ ਅਧਿਆਏ ਦੇ ਵਿੱਚ ਆਪਾਂ ਪੜ੍ਹਾਂਗੇ। ਬਾਬਾ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਧਰਮ ਨੂੰ ਮੰਨਣ ਵਾਲੇ ਅਤੇ ਚੰਗੇ ਜੀਵਨ ਵਾਲੇ ਸਨ। ਉਹਨਾਂ ਦਾ ਆਪ ਜੀ ਦੇ ਜੀਵਨ ਉੱਤੇ ਬਹੁਤ ਪ੍ਰਭਾਵ ਸੀ। ਆਪ ਜੀ ਗੁਰੂ ਦੀ ਭਾਲ ਵਿੱਚ ਤੀਰਥ ਸਥਾਨਾਂ ਦੀ ਯਾਤਰਾ 'ਤੇ ਜਾਂਦੇ ਸਨ। ਆਪ ਜੀ ਨੇ 20 ਵਾਰ ਗੰਗਾ ਦੀ ਯਾਤਰਾ ਪੈਦਲ ਕੀਤੀ। ਜਦੋਂ ਆਪ 20 ਵਾਰ ਯਾਤਰਾ ਕਰਕੇ ਹਰਿਦੁਆਰ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਬ੍ਰਹਮਚਾਰੀ ਸਾਧੂ ਆਪ ਜੀ ਨੂੰ ਮਿਲਿਆ। ਉਸ ਦਾ ਆਪ ਜੀ ਨਾਲ ਕਾਫੀ ਪ੍ਰੇਮ ਪੈ ਗਿਆ। ਜਦੋਂ ਸਾਧੂ ਬਾਬਾ ਅਮਰਦਾਸ ਜੀ ਪਾਸੋਂ ਪ੍ਰਸ਼ਾਦਾ ਛਕ ਰਹੇ ਸਨ ਤਾਂ ਉਹਨਾਂ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ। ਅੱਗੋਂ ਆਪ ਨੇ ਉੱਤਰ ਦਿੱਤਾ ਕਿ ਮੈਂ ਅਜੇ ਗੁਰੂ ਦੀ ਭਾਲ ਵਿੱਚ ਹਾਂ। ਇਹ ਸੁਣ ਕੇ ਉਹ ਬ੍ਰਹਮਚਾਰੀ ਕਹਿਣ ਲੱਗਾ, ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਮੈਂ ਤਾਂ ਨਗੁਰੇ ਹੱਥੋਂ ਖਾਂਦਾ ਪੀਂਦਾ ਰਿਹਾ ਹਾਂ। ਮੇਰੇ ਤਾਂ ਸਾਰੇ ਵਰਤ ਨੇਮ ਇਸ਼ਨਾਨ ਧਰਮ ਕਰਮ ਨਸ਼ਟ ਹੋ ਗਏ ਹਨ। ਨਗੁਰੇ ਦਾ ਤਾਂ ਦਰਸ਼ਨ ਵੀ ਬੁਰਾ ਹੁੰਦਾ ਹੈ। ਦੇਖੋ ਵਿਦਿਆਰਥੀਓ, ਬਾਬਾ ਅਮਰਦਾਸ ਜੀ ਜਦੋਂ ਸਾਧੂ ਦੀ ਸੇਵਾ ਕਰਦੇ ਨੇ, ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਤੇ ਸਾਧੂ ਪੁੱਛਦਾ ਤੁਹਾਡਾ ਗੁਰੂ ਕੌਣ ਹੈ ਤੇ ਬਾਬਾ ਅਮਰਦਾਸ ਜੀ ਕਹਿੰਦੇ ਨੇ ਅਸਾਂ ਨੇ ਅਜੇ ਗੁਰੂ ਧਾਰਨ ਨਹੀਂ ਕੀਤਾ। ਤੇ ਸਾਧੂ ਕਹਿੰਦਾ ਹੈ ਮੈਂ ਜਿੰਨਾ ਵੀ ਤਪ ਕੀਤਾ ਸਾਰਾ ਵਿਅਰਥ ਚਲਾ ਗਿਆ। ਤਾਂ ਬਾਬਾ ਅਮਰਦਾਸ ਜੀ ਨੂੰ ਗੁਰੂ ਦੀ ਮਹਾਨਤਾ ਪਤਾ ਲੱਗੀ ਵੀ ਗੁਰੂ ਦੀ ਜੀਵਨ ਦੇ ਵਿੱਚ ਕਿੰਨੀ ਵੱਡੀ ਮਹਾਨਤਾ ਹੈ। ਅੱਗੇ ਪੜ੍ਹਦੇ ਹਾਂ। ਬ੍ਰਹਮਚਾਰੀ ਤਾਂ ਅਜਿਹੇ ਵਾਕ ਬੋਲਦਾ ਤੁਰਦਾ ਹੋਇਆ, ਪਰ ਉਹ ਬਾਬਾ ਜੀ ਨੂੰ ਡੂੰਘੀ ਉਦਾਸੀ ਵਿੱਚ ਪਾ ਗਿਆ। ਉਹਨਾਂ ਦਾ ਮਨ ਗੁਰੂ ਦੀ ਪ੍ਰਾਪਤੀ ਲਈ ਤੜਪ ਉੱਠਿਆ। ਆਪ ਕਈ ਸਾਧੂ ਸੰਤਾਂ ਨੂੰ ਮਿਲੇ, ਪਰ ਕਿਸੇ ਵੀ ਥਾਂ ਤੋਂ ਆਪ ਦੇ ਹਿਰਦੇ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਹੋਏ ਸਨ। ਦੇਖੋ ਬੇਟਾ, ਬ੍ਰਹਮਚਾਰੀ ਸਤਿਗੁਰਾਂ ਨੂੰ ਬਾਬਾ ਅਮਰਦਾਸ ਜੀ ਨੂੰ ਬੋਲ ਕੇ ਚਲਾ ਗਿਆ ਤੇ ਬਾਬਾ ਅਮਰਦਾਸ ਜੀ ਦੇ ਅੰਦਰ ਹੁਣ ਇੱਕ ਖਿੱਚ ਪੈਦਾ ਹੋ ਗਈ ਕਿ ਗੁਰੂ ਦੀ ਭਾਲ ਕਰਨੀ ਹੈ, ਗੁਰੂ ਨੂੰ ਲੱਭਣਾ ਹੈ। ਤੇ ਕਹਿੰਦੇ ਨੇ ਸ੍ਰੀ ਗੁਰੂ ਅੰਗਦ ਦੇਵ ਦੀ ਜਿਹੜੀ ਸਪੁੱਤਰੀ ਹੈ ਨਾ ਬੀਬੀ ਅਮਰੋ ਜੀ, ਦੇਖੋ ਉਹਨਾਂ ਦੇ ਮੁਖਾਰਬਿੰਦ ਉਹਨਾਂ ਦੇ ਮੁਖ ਤੋਂ ਬਾਣੀ ਸੁਣਦੇ ਨੇ। ਇੱਕ ਦਿਨ ਜਦ ਅੰਮ੍ਰਿਤ ਵੇਲੇ ਉਹ ਗੁਰਬਾਣੀ ਦਾ ਪਾਠ ਕਰ ਰਹੇ ਸਨ ਤਾਂ ਬਾਣੀ ਸੁਣ ਕੇ ਆਪ ਦੇ ਬਿਹਬਲ ਮਨ ਨੂੰ ਬੜੀ ਸ਼ਾਂਤੀ ਮਿਲੀ। ਬਾਣੀ ਦੇ ਬੋਲ ਸਨ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਇਸ ਪ੍ਰਕਾਰ ਬੀਬੀ ਅਮਰੋ ਜੀ ਬੜੇ ਪਿਆਰ ਦੇ ਨਾਲ ਬਾਣੀ ਪੜ੍ਹ ਰਹੇ ਸਨ ਤੇ ਬਾਣੀ ਜਦੋਂ ਬਾਬਾ ਅਮਰਦਾਸ ਜੀ ਸੁਣਦੇ ਨੇ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ ਹੈ।
ਬਾਬਾ ਅਮਰਦਾਸ ਜੀ ਸੋਚਣ ਲੱਗੇ, ਜਿਸ ਮਹਾਂਪੁਰਖ ਦੀ ਇਹ ਬਾਣੀ ਮਿਠਾਸ ਭਰਪੂਰ ਅਤੇ ਮਨ ਨੂੰ ਖਿੱਚ ਪਾਉਣ ਵਾਲੀ ਹੈ, ਉਹ ਆਪ ਕਿੰਨਾ ਮਹਾਨ ਹੋਵੇਗਾ। ਐਸੇ ਮਹਾਂਪੁਰਖਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਉਹਨਾਂ ਬੀਬੀ ਅਮਰੋ ਜੀ ਕੋਲੋਂ ਪੁੱਛਿਆ, ਪੁੱਤਰੀ, ਜਿਸ ਬਾਣੀ ਦਾ ਤੁਸੀਂ ਪਾਠ ਕਰਦੇ ਹੋ, ਇਹ ਕਿਸ ਦੀ ਹੈ? ਬੀਬੀ ਅਮਰੋ ਜੀ ਨੇ ਉੱਤਰ ਦਿੱਤਾ, ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਬਾਬਾ ਅਮਰਦਾਸ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਾਰੇ ਦੱਸੋ। ਬੀਬੀ ਅਮਰੋ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਕਿ ਉਹ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੇ ਜੋਤੀ ਜੋਤ ਸਮਾ ਜਾਣ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਖਡੂਰ ਸਾਹਿਬ ਵਿਖੇ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਨਿਭਾ ਰਹੇ ਹਨ। ਗੁਰੂ ਘਰ ਦੀ ਮਹਿਮਾ ਸੁਣ ਕੇ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ ਤੇ ਬਾਬਾ ਅਮਰਦਾਸ ਜੀ ਦੇ ਕਹਿਣ ਤੇ ਬੀਬੀ ਅਮਰੋ ਜੀ ਆਪ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆ ਗਏ। ਇਸ ਪ੍ਰਕਾਰ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਵਿਖੇ ਲੈ ਕੇ ਆਉਂਦੇ ਨੇ ਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ। ਸੋ ਪਿਆਰੇ ਬੱਚਿਓ, ਇਸ ਅਧਿਆਇ ਨੂੰ ਪਿਆਰ ਨਾਲ ਪੜ੍ਹਨਾ ਹੈ। ਇਹ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਵੀ ਅਸੀਂ ਕਰਨੇ ਹਨ। ਅਭਿਆਸ ਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਉੱਤਰ ਨੇ। ਬਹੁ ਵਿਕਲਪੀ ਤੋਂ ਭਾਵ ਜਿਸ ਪ੍ਰਸ਼ਨ ਦੇ ਜ਼ਿਆਦਾ ਉੱਤਰ ਹੋਣ ਤੇ ਸਾਰਿਆਂ ਦੇ ਵਿੱਚੋਂ ਇੱਕ ਨੂੰ ਸਹੀ ਜਿਹੜਾ ਉਹਨੂੰ ਟਿਕ ਕਰ ਦੇਣਾ, ਮਾਰਕ ਕਰ ਦੇਣਾ ਹੈ। ਵਿਦਿਆਰਥੀਓ, ਹੁਣ ਅਸੀਂ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ, ਕਰਨੀ ਕਾਗਦ ਮਨ ਮਸਵਾਣੀ ਸ਼ਬਦ ਕਿਸ ਗੁਰੂ ਸਾਹਿਬ ਜੀ ਦਾ ਹੈ? ਕਿਹੜੇ ਗੁਰੂ ਦਾ ਇਹ ਸ਼ਬਦ ਆ ਜਿਹੜਾ ਬਾਬਾ ਅਮਰਦਾਸ ਜੀ ਨੇ ਸੁਣਿਆ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਕਿਸ ਦਾ ਸ਼ਬਦ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਇਸ ਕਰਕੇ ਤੁਸੀਂ ਪਹਿਲੇ ਉੱਤੇ ਟਿਕ ਕਰ ਦੇਣਾ, ਸਹੀ ਕਰ ਦੇਣਾ ਹੈ ਪਹਿਲੇ ਨੂੰ। ਦੂਜੇ ਦਾ ਉੱਤਰ ਹੈ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਦਾ ਕੀ ਨਾਮ ਸੀ? ਬੀਬੀ ਅਮਰੋ ਜੀ। ਬੇਟਾ ਤੁਸੀਂ ਦੂਜੇ ਨੰਬਰ ਨੂੰ ਸਹੀ ਕਰ ਦੇਣਾ ਹੈ। ਤੀਸਰਾ ਪ੍ਰਸ਼ਨ, ਬਾਬਾ ਗੁਰੂ ਅਮਰਦਾਸ ਜੀ ਨੇ ਅੰਮ੍ਰਿਤ ਵੇਲੇ ਕਿਸ ਪਾਸੋਂ ਬਾਣੀ ਨੂੰ ਸੁਣਿਆ? ਬੀਬੀ ਅਮਰੋ ਜੀ। ਤੀਸਰੇ ਨੂੰ ਸਹੀ ਕਰ ਦੇਣਾ ਹੈ। ਚੌਥਾ ਪ੍ਰਸ਼ਨ, ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਬਾਬਾ ਅਮਰਦਾਸ ਜੀ ਕਿਸ ਸਥਾਨ ਤੇ ਆਏ? ਕਿੱਥੇ ਆਏ ਸੀ? ਸ਼੍ਰੀ ਖਡੂਰ ਸਾਹਿਬ। ਦੂਜੇ ਨੂੰ ਸਹੀ ਕਰ ਦੇਣਾ ਹੈ। ਪੰਜਵਾਂ ਪ੍ਰਸ਼ਨ, ਗੁਰੂ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਪਾਸੋਂ ਕਿਸ ਸ਼ਬਦ ਨੂੰ ਸਰਵਣ ਕੀਤਾ? ਕਿਹੜੇ ਸ਼ਬਦ ਨੂੰ ਸੁਣਿਆ ਸੀ? ਕਰਨੀ ਕਾਗਦ ਮਨ ਮਸਵਾਣੀ। ਪਹਿਲੇ ਵਾਲੇ ਨੂੰ ਸਹੀ ਕਰ ਦੇਣਾ ਹੈ। ਅਭਿਆਸ ਦਾ ਐੜਾ ਭਾਗ, ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ? ਬੇਟਾ ਦੱਸਣਾ ਹੈ ਕਿ ਇਹ ਸ਼ਬਦ ਕਿੰਨੇ ਕਿਹਨੂੰ ਕਹੇ, ਕਿਸ ਨੇ ਕਿਸ ਨੂੰ ਕਹੇ। ਜਿਵੇਂ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਤਾਂ ਤੇਰੇ ਨਗੁਰੇ ਹੱਥੋਂ ਖਾਂਦਾ ਪੀਂਦਾ ਰਿਹਾ ਹਾਂ, ਮੇਰੇ ਤਾਂ ਸਾਰੇ ਵਰਤ ਨੇਮ ਇਸ਼ਨਾਨ ਧਰਮ ਕਰਮ ਨਸ਼ਟ ਹੋ ਗਏ ਹਨ। ਇਹ ਗੱਲ ਕਿਸ ਨੇ ਕਿਸ ਨੂੰ ਕਹੀ? ਬ੍ਰਹਮਚਾਰੀ ਨੇ ਬਾਬਾ ਅਮਰਦਾਸ ਜੀ ਨੂੰ ਕਹੇ। ਇਹ ਸ਼ਬਦ ਬ੍ਰਹਮਚਾਰੀ ਨੇ ਬਾਬਾ ਅਮਰਦਾਸ ਜੀ ਨੂੰ ਕਹੇ। ਦੂਸਰਾ, ਪੁੱਤਰੀ, ਜਿਸ ਬਾਣੀ ਦਾ ਤੁਸੀਂ ਪਾਠ ਕਰਦੇ ਹੋ ਉਹ ਕਿਸ ਦੀ ਹੈ? ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਕਹੇ। ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਕਹੇ। ਸੋ ਵਿਦਿਆਰਥੀਓ, ਇਸ ਪਾਠ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਹੈ ਤੇ ਜਿਹੜਾ ਅਧਿਆਇ ਹੈ ਉਸ ਨੂੰ ਹੱਲ ਕਰਨਾ ਹੈ। ਸੋ ਵਿਦਿਆਰਥੀਓ, ਇਸੇ ਤਰ੍ਹਾਂ ਅਸੀਂ ਅੱਗੇ ਵੀ ਅਧਿਆਇ ਪੜ੍ਹਦੇ ਰਵਾਂਗੇ, ਆਪਣੇ ਜੀਵਨ ਵਿੱਚ ਵੀ ਢਾਲਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।